हाँ जी, गुड इवनिंग जी। हाँ जी, नैक्सट कंसैप्ट जिहड़ा अज्ज असीं डिस्कस करांगे सोशल प्रॉब्लम्स के अंडर सोशल प्रॉब्लम्स एंड मेजर लॉस डोमैस्टिक वायलेंस। ਜਦੋਂ ਅਸੀਂ ਦੇਖਦੇ ਹਾਂ ਸੋਸਾਇਟੀ ਦੇ ਵਿੱਚ ਜਿਹੜੀਆਂ ਸੋਸ਼ਲ ਪ੍ਰੋਬਲਮਸ ਹੈਗੀਆਂ ਨੇਗੀਆਂ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਡੋਮੈਸਟਿਕ ਵਾਇਲੈਂਸ ਜਿਹਨੂੰ ਘਰੇਲੂ ਹਿੰਸਾ ਕਿਹਾ ਜਾਂਦਾ ਹੈ ਨਾ, ਇੱਕ ਸੋਸ਼ਲ ਪ੍ਰੋਬਲਮਸ ਦੇ ਵਿੱਚ ਮੇਜਰ ਸੋਸ਼ਲ ਪ੍ਰੋਬਲਮਸ ਦੇ ਵਿੱਚ ਅਸੀਂ ਇਹਨੂੰ ਕੰਸੀਡਰ ਕਰਦੇ ਹਾਂ। ਡੋਮੈਸਟਿਕ ਵਾਇਲੈਂਸ ਦਾ ਕੰਸੈਪਟ ਜਿਹੜਾ ਹੈਗਾ ਜਦੋਂ ਸੁਸਾਇਟੀ ਦੇ ਵਿੱਚ ਜੈਂਡਰ ਡਿਸਕ੍ਰਿਮੀਨੇਸ਼ਨ ਦਾ ਕੰਸੈਪਟ ਆ ਜਾਂਦਾ ਹੈ, ਕੁਛ ਇਹੋ ਜਿਹੇ ਰੀਜ਼ਨ ਨੇ ਜਿਹੜੇ ਕਿ ਡੋਮੈਸਟਿਕ ਵਾਇਲੈਂਸ ਲਈ ਰਿਸਪੋਂਸੀਬਲ ਰਹੇ ਨੇ। ਟ੍ਰੈਡੀਸ਼ਨਲ ਟਾਈਮ ਦੀ ਜੇ ਅਸੀਂ ਗੱਲ ਕਰੀਏ, ਏਸ਼ੀਅਨ ਟਾਈਮ ਦੇ ਵਿੱਚ ਵੈਦਿਕ ਪੀਰੀਅਡ ਦੇ ਵਿੱਚ ਜਿਹੜੇ ਵੂਮਨ ਦਾ ਸਟੇਟਸ ਸੀਗਾ, ਜਿਹੜੀਆਂ ਫੀਮੇਲ ਸੀਗੀਆਂ ਉਹਨਾਂ ਦਾ ਸੋਸਾਇਟੀ ਦੇ ਵਿੱਚ ਸੋਸ਼ਲ ਸਟੇਟਸ ਕਾਫੀ ਚੰਗਾ ਸੀਗਾ। ਤੇ ਉਦੋਂ ਜਿਹੜਾ ਸੀ ਉਹਨਾਂ ਨੂੰ ਜਿਹੜੇ ਮੇਲ ਮੈਂਬਰ ਹੈਗੇ ਨੇ ਉਹਨਾਂ ਦੇ ਇਕੁਅਲ ਰਾਈਟ ਮਿਲੇ ਹੋਏ ਸੀਗੇ, ਕਿਸੇ ਨਾਲ ਵੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਂਦਾ ਸੀਗਾ। ਪ੍ਰੋਪਰਟੀ ਦਾ ਰਾਈਟ ਵੀ ਸੀ, ਉਹਨਾਂ ਨੂੰ ਐਜੂਕੇਸ਼ਨ ਲੈਣ ਦਾ ਰਾਈਟ ਸੀਗਾ। ਸਮ ਉਹਨਾਂ ਨੂੰ ਇਹ ਵੀ ਆਪਸ਼ਨਸ ਮਿਲ ਜਾਂਦੀਆਂ ਸੀਗੀਆਂ ਕਿ ਜੇਕਰ ਉਹਨਾਂ ਨੇ ਆਪਣਾ ਮੈਰਿਜ ਆਪਣੀ ਮਰਜ਼ੀ ਨਾਲ ਕਰਵਾਉਣੀ ਹੈ ਤਾਂ ਉਹ ਏਸ਼ੀਅਨ ਟਾਈਮ ਤੇ ਵੈਦਿਕ ਟਾਈਮ ਦੇ ਵਿੱਚ ਇਸ ਤਰ੍ਹਾਂ ਦੀ ਸਾਰੀਆਂ ਫਰੀडम ਮਿਲੀ ਹੋਈ ਸੀਗੀ ਔਰਤ ਨੂੰ, ਵੂਮੈਨ ਨੂੰ। ਠੀਕ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਹੀ ਹੌਲੀ ਹੌਲੀ ਪੋਸਟ ਵੈਦਿਕ ਪੀਰੀਅਡ ਆਇਆ, ਮੀਡੀਏਵਲ ਏਜ ਆਇਆ, ਤਾਂ ਜਿਹੜਾ ਵੂਮੈਨ ਦਾ ਸਟੇਟਸ ਸੀਗਾ ਉਹ ਹੌਲੀ ਹੌਲੀ ਡਾਊਨ ਹੁੰਦਾ ਗਿਆ। ਫਿਰ ਜਦੋਂ ਬ੍ਰਿਟਿਸ਼ ਆਏ ਉਹਨਾਂ ਨੇ ਸਾਡੇ ਇੰਡੀਅਨ ਸੋਸਾਇਟੀ ਦੇ ਵਿੱਚ ਕਾਫੀ ਸਾਰੇ ਰਿਫੋਰਮਸ ਲਿਆਂਦੀਆਂ, ਸੋਸ਼ਲ ਰਿਫੋਰਮ ਮੂਵਮੈਂਟਸ ਹੋਈਆਂ ਜਿਨ੍ਹਾਂ ਦੇ ਵੀ ਜਿਹੜਾ ਸੋਸ਼ਲ ਰਿਫੋਰਮ ਦੇ ਨਾਲ ਵੂਮੈਨ ਦੇ ਸਟੇਟਸ ਨੂੰ ਇੰਪਰੂਵ ਕੀਤਾ ਸੋਸਾਇਟੀ ਦੇ ਵਿੱਚ। ਤਾਂ ਇੱਥੇ ਵੂਮੈਨ ਦੇ ਸਟੇਟਸ ਨੂੰ ਇੰਪਰੂਵ ਕਰਨ ਦੇ ਲਈ ਬ੍ਰਿਟਿਸ਼ ਨੇ ਵੀ ਕਾਫੀ ਸਾਰੇ ਜਿਹੜੇ ਲਾਅ ਲਿਆਂਦੇ ਤੇ ਇੰਪਲੀਮੈਂਟ ਕੀਤੇ। ਸਤੀ ਸਿਸਟਮ ਨੂੰ ਖਤਮ ਕੀਤਾ, ਡੋਰੀ ਸਿਸਟਮ ਨੂੰ ਖਤਮ ਕੀਤਾ। ਇਸ ਤਰ੍ਹਾਂ ਜਿਹੜਾ ਸੀਗਾ ਹੌਲੀ ਹੌਲੀ ਵੂਮੈਨ ਦਾ ਸਟੇਟਸ ਇੰਪਰੂਵ ਕਰਨ ਦੀ ਗੱਲ ਕੀਤੀ ਗਈ। ਪਰ ਫਿਰ ਵੀ ਅਸੀਂ ਆਮ ਸੋਸਾਇਟੀ ਦੇ ਵਿੱਚ ਦੇਖਦੇ ਹਾਂ ਕਿ ਡੋਮੈਸਟਿਕ ਵਾਇਲੈਂਸ ਦੀਆਂ ਜਿਹੜੀਆਂ ਸਾਨੂੰ ਬਹੁਤ ਸਾਰੇ ਕੇਸ ਅੱਜ ਵੀ ਸਾਡੇ ਸੋਸਾਇਟੀ ਦੇ ਵਿੱਚ ਮਿਲ ਜਾਂਦੇ ਆ। ਨਿਊਜ਼ਪੇਪਰ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਦੇਖਣ ਨੂੰ ਮਿਲਦੇ ਆ ਜਿਹਦੇ ਵਿੱਚ ਡੋਮੈਸਟਿਕ ਵਾਇਲੈਂਸ ਜਿਹੜੀ ਕੀਤੀ ਗਈ ਹੁੰਦੀ ਹੈ ਇੱਕ ਵੂਮੈਨ ਤੇ ਉਸਦੀ ਇਨਲੋ ਫੈਮਿਲੀ ਵੱਲੋਂ। ਤਾਂ ਇਸ ਤਰ੍ਹਾਂ ਇਹ ਜਿਹੜਾ ਸੀਗਾ ਸੋਸਾਇਟੀ ਦੇ ਵਿੱਚ ਇੱਕ ਸੋਸ਼ਲ ਪ੍ਰੋਬਲਮ ਜਿਹੜੀ ਹੈਗੀ ਆ ਟ੍ਰੈਡੀਸ਼ਨਲ ਟਾਈਮ ਤੋਂ ਮਾਡਰਨ ਟਾਈਮ ਤੱਕ ਹੁਣ ਵੀ ਹੈਗੀ ਹੈ। ਚਾਹੇ ਇਸ ਦੇ ਲਈ ਬਹੁਤ ਸਾਰੇ ਐਫਰਟਸ ਕੀਤੇ ਗਏ ਨੇ, ਕੌਨਸਟੀਟਿਊਸ਼ਨ ਦੇ ਵਿੱਚ ਇਕੁਅਲ ਰਾਈਟ ਮਿਲ ਗਿਆ ਹੈਗਾ ਵੂਮੈਨ ਨੂੰ, ਤੇ ਇਸ ਉਹਨੂੰ ਐਜੂਕੇਸ਼ਨ ਦਾ ਰਾਈਟ ਵੀ ਮਿਲ ਗਿਆ। ਸੋਸ਼ਲ ਪੋਲੀਟੀਕਲ ਇਕਨੋਮਿਕ ਜਿਹੜਾ ਹੈਗਾ ਉਹਨੂੰ ਸਟੇਟਸ ਮੇਲ ਮੈਂਬਰ ਦੇ ਬਰਾਬਰ ਜਿਹੜਾ ਹੈਗਾ ਮਿਲ ਚੁੱਕਿਆ, ਇਕੁਅਲ ਰਾਈਟ ਹੈਗੇ ਨੇ ਸਭ ਦੇ ਕੋਲ। ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਸੁਸਾਇਟੀਜ਼ ਹੈਗੀਆਂ ਨੇ, ਬਹੁਤ ਸਾਰੇ ਫੈਮਲੀਜ਼ ਹੈਗੀਆਂ ਨੇ ਜਿੱਥੇ ਕਿ ਵੂਮੈਨ ਦੇ ਜਿਹੜਾ ਵਾਇਲੈਂਸ ਕੀਤੀ ਜਾਂਦੀ ਹੈ। ਡੋਮੈਸਟਿਕ ਵਾਇਲੈਂਸ ਅਸੀਂ ਕਿਸ ਨੂੰ ਕੰਸੀਡਰ ਕਰਦੇ ਹਾਂ? ਡੋਮੈਸਟਿਕ ਵਾਇਲੈਂਸ ਦਾ ਮਤਲਬ ਹੈਗਾ ਜਦੋਂ ਕਿਸੇ ਫੀਮੇਲ ਤੇ ਉਸਦੇ ਉਸਨੂੰ ਮੈਂਟਲੀ ਫਿਜ਼ੀਕਲੀ ਜਿਹੜਾ ਟੌਰਚਰ ਕੀਤਾ ਜਾਂਦਾ ਹੈ, ਤਾਂ ਇਸ ਨੂੰ ਅਸੀਂ ਕੰਸੀਡਰ ਕਰਦੇ ਹਾਂ ਕਿ ਉਸ ਤੇ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ। ਉਸਨੂੰ ਘਰ ਦੇ ਅੰਦਰ ਹੀ ਬੰਦ ਕਰਕੇ ਰਹਿਣ ਲਈ ਕਿਹਾ ਜਾਂਦਾ ਹੈ, ਘਰ ਤੋਂ ਬਾਹਰ ਜਾਣ ਦੀ ਪਰਮਿਸ਼ਨ ਨਹੀਂ ਹੈਗੀ। ਉਹ ਆਪਣੀ ਮਰਜ਼ੀ ਨਾਲ, ਉਹਦੀ ਆਪਣੀ ਕੋਈ ਚੋਇਸ ਨਹੀਂ ਰਹਿ ਜਾਂਦੀ, ਉਹ ਆਪਣੀ ਮਰਜ਼ੀ ਨਾਲ ਜਿਹੜਾ ਹੈਗਾ ਸਮ ਟਾਈਮ ਇਹ ਵੀ ਹੁੰਦਾ ਕਿ ਐਜੂਕੇਟਡ ਹੈਗੀ ਹੈ, ਉਸਨੂੰ ਜੋਬ ਕਰਨ ਦੀ ਪਰਮਿਸ਼ਨ ਨਹੀਂ ਹੁੰਦੀ, ਜਾਂ ਹੋਰ ਇਸ ਤਰ੍ਹਾਂ ਦੇ ਕੁਛ ਇਸ ਤਰ੍ਹਾਂ ਦੀ ਰਿਸਟ੍ਰਿਕਸ਼ਨਸ ਲੱਗ ਜਾਂਦੀਆਂ ਨੇ ਜੋ ਜਿਸ ਤਰ੍ਹਾਂ ਉਹਦੀ ਇਨਲੋ ਫੈਮਿਲੀ 'ਚ ਆਉਂਦੀ ਹੈ। ਇਸ ਤਰ੍ਹਾਂ ਡੋਮੈਸਟਿਕ ਵਾਇਲੈਂਸ ਜਿਹੜੀ ਹੈਗੀ ਆ, ਜਦੋਂ ਕਿਸੇ ਵੀ ਸੁਸਾਇਟੀ ਦੇ ਵਿੱਚ ਇੱਕ ਵੂਮੈਨ ਤੇ ਜਿਹੜਾ ਉਸਨੂੰ ਮੈਂਟਲੀ ਜਾਂ ਫਿਜ਼ੀਕਲੀ ਟੌਰਚਰ ਕੀਤਾ ਜਾਂਦਾ, ਤਾਂ ਇਸ ਨੂੰ ਅਸੀਂ ਦੇਖਦੇ ਹਾਂ ਕਿ ਇਹ ਜਦੋਂ ਇਸ ਤਰ੍ਹਾਂ ਦੀ ਕੁਛ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ
ਤਾਂ ਉਹ ਡੋਮੈਸਟਿਕ ਵਾਇਲੈਂਸ ਦੇ ਵਿੱਚ ਕੰਸੀਡਰ ਕੀਤਾ ਜਾਂਦਾ ਹੈ। ਡਿਫਰੈਂਟ ਟਾਈਪ ਆਫ ਡੋਮੈਸਟਿਕ ਵਾਇਲੈਂਸ ਅਸੀਂ ਦੇਖਦੇ ਹਾਂ ਸੋਸਾਇਟੀ ਦੇ ਵਿੱਚ। ਬਹੁਤ ਸਾਰੇ ਜਿਹੜੇ ਸੁਸਾਇਟੀਜ਼ ਹੈਗੀਆਂ ਨੇਗੀਆਂ, ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਨੇ ਤਰੀਕੇ ਨਾਲ ਵੂਮੈਨ ਤੇ ਜਿਹੜੀ ਹੈਗੀ ਆ ਡੋਮੈਸਟਿਕ ਵਾਇਲੈਂਸ ਜਿਹੜੀ ਹੈਗੀ ਆ ਉਸ ਤੇ ਕੀਤੀ ਜਾਂਦੀ ਹੈ। ਕਈ ਥਾਂ ਤੇ ਫਿਜ਼ੀਕਲੀ ਉਸਨੂੰ ਟੌਰਚਰ ਕੀਤਾ ਜਾਂਦਾ, ਕਈ ਥਾਂ ਤੇ ਮੈਂਟਲੀ ਉਸਨੂੰ ਟੌਰਚਰ ਕੀਤਾ ਜਾਂਦਾ। ਹੁਣ ਇਹ ਡਿਫਰੈਂਟ ਟਾਈਪ ਆਫ ਜਿਹੜੀ ਡੋਮੈਸਟਿਕ ਵਾਇਲੈਂਸ ਹੈਗੀ ਆ ਉਹਦੇ ਵਿੱਚ ਵਾਈਫ ਵਾਰਨਿੰਗ, ਜਿੱਥੇ ਜਿਹੜੀ ਔਰਤ ਹੈਗੀ ਆ ਉਸਨੂੰ ਸਾੜ ਦਿੱਤਾ ਜਾਂਦਾ ਹੈ। ਅਲੱਗ-ਅਲੱਗ ਰੀਜ਼ਨ ਹੋ ਸਕਦੇ ਨੇ। ਅਸੀਂ ਦੇਖਦੇ ਹਾਂ ਸੋਸਾਇਟੀ ਦੇ ਵਿੱਚ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਆਉਂਦੇ ਆ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਘਰ ਦੇ ਵਿੱਚ ਕਿਚਨ ਦੇ ਵਿੱਚ ਅੱਗ ਲੱਗ ਗਈ, ਇਸ ਕਰਕੇ ਉਸਦੀ ਡੈਥ ਹੋ ਗਈ ਹੈ। ਪਰ ਅਸਲ ਦੇ ਵਿੱਚ ਜਦੋਂ ਉਹਦੀ ਡੂੰਘਾਈ ਦੇ ਵਿੱਚ ਆਇਆ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਉਸਦੀ ਇਨਲੋ ਫੈਮਿਲੀ ਨੇ ਉਸਨੂੰ ਜਿਹੜਾ ਹੈਗਾ ਅੱਗ ਲਗਾ ਕੇ ਖਤਮ ਕਰ ਦਿੱਤਾ ਹੈ। ਇਹ ਵੀ ਇੱਕ ਡੋਮੈਸਟਿਕ ਵਾਇਲੈਂਸ ਦੀ ਇੱਕ ਟਾਈਪ ਹੈਗੀ ਹੈ, ਜਿਹਦੇ ਵਿੱਚ ਉਹਨੂੰ ਕਿਸੇ ਵੀ ਫੈਮਿਲੀ ਡਿਸਟ੍ਰੀਬਿਊਟ ਦੇ ਕਾਰਨ ਜਾਂ ਫੈਮਿਲੀ ਰਿਲੇਸ਼ਨ ਸਹੀ ਨਾ ਹੋਣ ਕਾਰਨ, ਕਿਸੇ ਤਰ੍ਹਾਂ ਦੇ ਆਰਗੂਮੈਂਟ ਕਾਰਨ ਉਸ ਨਾਲ ਇਸ ਤਰ੍ਹਾਂ ਦੇ ਬਿਹੇਵ ਵੀ ਜਿਹੜਾ ਹੈਗਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰੀ ਉਸਨੂੰ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਫਿਜ਼ੀਕਲੀ ਨੁਕਸਾਨ ਪਹੁੰਚਾਇਆ ਜਾਂਦਾ, ਸਟਬਿੰਗ ਕੀਤੀ ਜਾਂਦੀ ਹੈ, ਚਾਕੂ ਛੁਰੀ ਜਾਂ ਕੁਛ ਵੀ ਇਸ ਤਰ੍ਹਾਂ ਦਾ ਨਾ ਉਸ ਤੇ ਮਾਰ ਦਿੱਤਾ ਜਾਂਦਾ ਹੈ। ਜਾਂ ਸਮਟਾਈਮ ਆਪਸ ਦੇ ਵਿੱਚ ਜਿਹੜੀ ਹੈਗੀ ਆ ਆਰਗੂਮੈਂਟ ਹੁੰਦਾ ਤੇ ਇਸ ਦੇ ਦੌਰਾਨ ਹੀ ਉਹਨਾਂ ਦੇ ਆਪਸ ਦੇ ਵਿੱਚ ਇੱਕ ਦੂਜੇ ਦੇ ਕੋਈ ਚੀਜ਼ ਵੱਜਣ ਦੇ ਨਾਲ ਡੈਥ ਹੋ ਜਾਂਦੀ ਹੈ ਜਾਂ ਜ਼ਖਮੀ ਹੋ ਜਾਂਦੀ ਹੈ, ਤਾਂ ਇਸ ਨੂੰ ਵੀ ਅਸੀਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਕੰਸੀਡਰ ਕਰਦੇ ਹਾਂ। ਇਸ ਤੋਂ ਇਲਾਵਾ ਵਾਈਫ ਬੈਟਰਿੰਗ, ਕੁੱਟਮਾਰ ਕਰਨੀ ਹੈ ਨਾ, ਇਹ ਵੀ ਇੱਕ ਟਾਈਪ ਦੀ ਹੈਗੀ ਹੈ ਡੋਮੈਸਟਿਕ ਵਾਇਲੈਂਸ ਦੀ, ਜਿਸ ਦੇ ਵਿੱਚ ਇਨਲੋ ਫੈਮਿਲੀ ਵੱਲੋਂ ਜਾਂ ਹਸਬੈਂਡ ਵੱਲੋਂ ਵਾਈਫ ਨੂੰ ਜਿਹੜਾ ਹੈਗਾ ਕੁੱਟਿਆ ਜਾਂਦਾ ਹੈ, ਮਾਰਿਆ ਜਾਂਦਾ, ਉਸਦੀ ਕੁੱਟਮਾਰ ਕੀਤੀ ਜਾਂਦੀ ਹੈ, ਉਸਨੂੰ ਗਲਤ ਵਰਡਿੰਗ ਨਾਲ ਉਸਨੂੰ ਜਿਹੜਾ ਹੈਗਾ ਗਲਤ ਤਰੀਕੇ ਦੀ ਵਰਡਿੰਗ ਉਹਦੇ ਲਈ ਵਰਤੀ ਜਾਂਦੀ ਹੈ। ਇਹ ਸਾਰੇ ਜਿਹੜੇ ਹੈਗੇ ਡਿਫਰੈਂਟ ਟਾਈਪ ਆਫ ਡੋਮੈਸਟਿਕ ਵਾਇਲੈਂਸ ਦੇ ਅੰਡਰ ਆਉਂਦਾ ਹੈ। ਇਸ ਤੋਂ ਇਲਾਵਾ ਅਸੀਂ ਇਹ ਦੇਖਦੇ ਹਾਂ ਕਿ ਕਈ ਕੇਸ ਇਹੋ ਜਿਹੇ ਹੁੰਦੇ ਨੇ ਜਿੱਥੇ ਵਾਈਫ ਨੂੰ ਮਾਰ ਦਿੱਤਾ ਜਾਂਦਾ ਹੈ, ਉਸਦੀ ਡੈਥ ਕਰ ਦਿੱਤੀ ਜਾਂਦੀ ਹੈ। ਉਹ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ, ਉਸਨੂੰ ਜਲਾ ਦਿੱਤਾ ਜਾਂਦਾ ਜਾਂ ਉਸ 'ਤੇ ਕਿਸੇ ਤਰ੍ਹਾਂ ਦਾ ਕੋਈ ਅਟੈਕ ਕੀਤਾ ਜਾਂਦਾ ਜਾਂ ਕੁਛ ਵੀ ਹੋ ਸਕਦਾ ਹੈ ਨਾ ਕਿਸੇ ਤਰੀਕੇ ਨਾਲ। ਜੇਕਰ ਵਾਈਫ ਨੂੰ ਉਸਦੀ ਡੈਥ ਹੋ ਜਾਂਦੀ ਹੈ, ਉਸਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ, ਉਹਦੀ ਲਾਈਫ ਖ਼ਤਮ ਹੋ ਜਾਂਦੀ ਹੈ, ਤਾਂ ਇਹ ਵੀ ਜਿਹੜਾ ਹੈਗਾ ਉਸ ਦੇ ਵਿੱਚ ਕੰਸੀਡਰ ਕੀਤਾ ਜਾਂਦਾ ਡਿਫਰੈਂਟ ਟਾਈਪ ਆਫ ਡੋਮੈਸਟਿਕ ਵਾਇਲੈਂਸ ਦੇ ਵਿੱਚ। ਇਸ ਤੋਂ ਇਲਾਵਾ ਸਮਟਾਈਮ ਅਸੀਂ ਇਹ ਵੀ ਦੇਖਦੇ ਹਾਂ ਕਿ ਸੋਸਾਇਟੀ ਦੇ ਵਿੱਚ ਬਹੁਤ ਸਾਰੇ ਕੇਸ ਹੁੰਦੇ ਨੇ ਜਿੱਥੇ ਵਾਈਫ ਨੂੰ ਸੇਲ ਕਰ ਦਿੱਤਾ ਜਾਂਦਾ ਹੈ। ਪਹਿਲਾਂ ਅਸੀਂ ਨਿਊਜ਼ਪੇਪਰ ਦੇ ਵਿੱਚ ਪੜ੍ਹਦੇ ਹਾਂ ਜਾਂ ਫਿਰ ਅਸੀਂ ਜਿਹੜੀਆਂ ਰੀਅਲ ਸਟੋਰੀਜ਼ ਟੀਵੀ ਤੇ ਦਿਖਾਉਂਦੇ ਆ ਉਹਦੇ ਵਿੱਚ ਵੀ ਦੇਖਦੇ ਹਾਂ ਕਿ ਕੋਈ ਪਰਸਨ ਪਹਿਲਾਂ ਮੈਰਿਜ ਕਰਵਾ ਕੇ ਉਸ ਤੇ ਲੈ ਆਉਂਦਾ, ਫਿਰ ਉਸ ਤੋਂ ਬਾਅਦ 'ਚ ਉਹਨੂੰ ਅੱਗੇ ਸੇਲ ਕਰ ਦਿੰਦਾ। ਇਹ ਵੀ ਡੋਮੈਸਟਿਕ ਵਾਇਲੈਂਸ ਦੀ ਇੱਕ ਜਿਹੜੀ ਹੈਗੀ ਆ ਟਾਈਪ ਹੈਗੀ ਆ। ਅਲੱਗ-ਅਲੱਗ ਤਰ੍ਹਾਂ ਦੀ ਡੋਮੈਸਟਿਕ ਵਾਇਲੈਂਸ ਸੋਸਾਇਟੀ ਦੇ ਵਿੱਚ ਅਸੀਂ ਦੇਖਦੇ ਹਾਂ। ਜਦੋਂ ਕਿਸੇ ਵੀ ਫੀਮੇਲ ਤੇ ਡੋਮੈਸਟਿਕ ਵਾਇਲੈਂਸ ਹੁੰਦੀ ਆ, ਉਹ ਇੱਕ ਤਰ੍ਹਾਂ ਦੀ ਵੀ ਹੋ ਸਕਦੀ ਹੈ, ਇੱਕ ਤੋਂ ਜ਼ਿਆਦਾ ਟਾਈਪਸ ਵੀ ਉਹਦੇ ਵਿੱਚ ਕੰਸੀਡਰ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਉਸਦੀ ਜਿਹੜੀ ਪਰਸਨਲ ਪ੍ਰੋਪਰਟੀ ਹੈਗੀ ਹੈ ਉਸਨੂੰ ਡਿਸਟਰੋਏ ਕਰਨਾ, ਇਹ ਵੀ ਇੱਕ ਡੋਮੈਸਟਿਕ ਵਾਇਲੈਂਸ ਦਾ ਪਾਰਟ ਹੈ। ਸਮਟਾਈਮ ਜਿਹੜੀ ਵੂਮੈਨ ਹੈਗੀ ਆ ਉਹ ਆਪਣੀ ਇਨਲੋ ਫੈਮਿਲੀ ਦੇ ਵਿੱਚ ਆਪਣੇ ਪੇਰੈਂਟਸ ਤੋਂ ਕੁਛ ਲੈ ਕੇ ਆਈ ਹੈ, ਕੁਛ ਉਹਦੀਆਂ ਜਿਹੜੀਆਂ ਨੀਅਰ ਡੀਅਰ ਨੇ ਜਿਹੜਾ ਉਹਨੂੰ ਗਿਫਟ ਕੀਤਾ ਹੁੰਦਾ, ਉਹਦੀਆਂ ਅਟੈਚਮੈਂਟਸ ਉਹਦੇ ਨਾਲ ਇਮੋਸ਼ਨ ਜੁੜੇ ਹੁੰਦੇ ਨੇ, ਤਾਂ ਉਸ ਤਰ੍ਹਾਂ ਦੀ ਜਿਹੜੀ ਉਹਦੇ ਕੋਲ ਇੱਕ ਛੋਟੀ ਮੋਟੀ ਪ੍ਰੋਪਰਟੀ ਹੁੰਦੀ ਆ, ਉਸ ਨੂੰ ਵੀ ਜੇਕਰ ਕੋਈ ਡਿਸਟਰਾਏ ਕਰਦਾ ਤਾਂ ਉਹਦੇ ਇਮੋਸ਼ਨਸ ਉਹਦੇ ਨੂੰ ਜਿਹੜਾ ਹੈਗਾ ਡਿਸਟਰਬ ਕੀਤਾ ਜਾ ਰਿਹਾ ਹੁੰਦਾ, ਤਾਂ ਇਹ ਵੀ ਇੱਕ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਟਾਈਪ ਦੇ ਵਿੱਚ ਕੰਸੀਡਰ ਕੀਤਾ ਜਾਂਦਾ ਹੈ। ਠੀਕ ਹੈ ਜੀ, ਇਹ ਤਾਂ ਸੀ ਡਿਫਰੈਂਟ ਟਾਈਪ ਆਫ ਡੋਮੈਸਟਿਕ ਵਾਇਲੈਂਸ। ਕਿਸ ਤਰ੍ਹਾਂ ਦੀ ਜਿਹੜੀ ਡੋਮੈਸਟਿਕ ਵਾਇਲੈਂਸ ਹੋ ਸਕਦੀ ਹੈ ਜਿਹੜੀਆਂ ਸੋਸਾਇਟੀ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਵੂਮੈਨ ਤੇ ਡੋਮੈਸਟਿਕ ਵਾਇਲੈਂਸ ਹੋ ਰਹੀ ਆ। ਅਲੱਗ-ਅਲੱਗ ਤਰ੍ਹਾਂ ਦੀ ਅਲੱਗ-ਅਲੱਗ ਸੋਸਾਇਟੀ ਦੇ ਵਿੱਚ ਅਲੱਗ-ਅਲੱਗ ਫੈਮਿਲੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਜਾਂ ਇੱਕ ਤੋਂ ਜ਼ਿਆਦਾ ਟਾਈਪਸ ਦੀ ਡੋਮੈਸਟਿਕ ਵਾਇਲੈਂਸ ਅਸੀਂ ਦੇਖ ਸਕਦੇ ਹਾਂ। ਕੌਜ਼ ਕਿਹੜੇ ਰਿਸਪੋਂਸੀਬਲ ਨੇ ਡੋਮੈਸਟਿਕ ਵਾਇਲੈਂਸ ਦੇ ਲਈ? ਪੈਟਰਾਰਕੀਅਲ ਫੈਮਲੀਜ਼,
ਕਿਉਂਕਿ ਅਸੀਂ ਦੇਖਦੇ ਹਾਂ ਕਿ ਸਾਡੀ ਜਿਹੜੀ ਇੰਡੀਅਨ ਸੋਸਾਇਟੀ ਹੈ ਤੇ ਇੱਥੇ ਡੋਮੈਸਟਿਕ ਵਾਇਲੈਂਸ ਹੋਣ ਦੇ ਮੇਜਰ ਜਿਹੜਾ ਕਾਜ਼ ਅਸੀਂ ਕਹਿ ਸਕਦੇ ਹਾਂ ਉਹ ਪੈਟਰਾਰਕੀਅਲ ਫੈਮਲੀਜ਼ ਨਹੀਂ ਗਿਆ। ਸਾਡੀ ਫੈਮਿਲੀ ਜਿਹੜੀ ਹੈਗੀ ਆ ਉਹ ਮੇਲ ਮੈਂਬਰ ਦੇ ਨਾਂ ਤੇ ਚੱਲਦੀ ਹੈ। ਤਾਂ ਇੱਥੇ ਜਦੋਂ ਟ੍ਰੈਡੀਸ਼ਨਲ ਟਾਈਮ ਤੋਂ ਪੈਟਰਾਰਕੀਅਲ ਫੈਮਲੀਜ਼ ਜਿਹੜੀਆਂ ਹੈਗੀਆਂ ਨੇਗੀਆਂ ਉੱਥੇ ਜੋ ਵੀ ਡਿਸੀਜ਼ਨ ਲਏ ਜਾਂਦੇ ਨੇ ਤਾਂ ਉੱਥੇ ਜਿਹੜਾ ਹੈਗਾ ਮੇਲ ਮੈਂਬਰ ਤੋਂ ਹੀ ਦੁਆਰਾ ਲਏ ਜਾਂਦੇ ਆ। ਤਾਂ ਇੱਥੇ ਜਦੋਂ ਹੁਣ ਐਜੂਕੇਸ਼ਨ ਆ ਗਈ ਹੈ, ਐਜੂਕੇਸ਼ਨ ਆਉਣ ਨਾਲ ਅਵੇਅਰਨੈਸ ਆ ਗਈ ਹੈ, ਤਾਂ ਉੱਥੇ ਜਦੋਂ ਜੇਕਰ ਕੋਈ ਐਜੂਕੇਟਡ ਜਿਹੜੀ ਵੂਮਨ ਹੈਗੀ ਆ ਉਸਦੀ ਮੈਰਿਜ ਕਿਸੇ ਇਹੋ ਜਿਹੀ ਫੈਮਿਲੀ 'ਚ ਹੋ ਜਾਂਦੀ ਹੈ ਜਿਹੜੀ ਟ੍ਰੈਡੀਸ਼ਨਲ ਆਈਡੀਓਲੋਜੀ ਦੀ ਹੈਗੀ ਹੈ, ਟ੍ਰੈਡੀਸ਼ਨਲ ਥਿੰਕਿੰਗ ਦੀ ਹੈਗੀ ਆ, ਤਾਂ ਉੱਥੇ ਇਹ ਹੈ ਕਿ ਉਹ ਅਵੇਅਰ ਹੈਗੀ ਆ, ਐਜੂਕੇਸ਼ਨ ਹੈਗੀ ਆ, ਤਾਂ ਉਹ ਆਪਣਾ ਉਹਨਾਂ ਨੂੰ ਦੱਸਦੀ ਆ ਜਾਂ ਉਹ ਆਪਣੀ ਇੰਡੀਪੈਂਡੈਂਟ ਡਿਸੀਜ਼ਨ ਲੈਂਦੀ ਆ। ਤਾਂ ਉੱਥੇ ਵੀ ਜਿਹੜਾ ਹੈਗਾ ਇਹ ਚੀਜ਼ ਨੂੰ ਪਸੰਦ ਨਹੀਂ ਕੀਤਾ ਜਾਂਦਾ। ਤੇ ਇਸ ਦਾ ਰੀਜ਼ਨ ਇਹ ਵੀ ਹੈ ਕਿ ਇਸ ਤਰ੍ਹਾਂ ਦੀ ਫੈਮਿਲੀ ਦੇ ਵਿੱਚ ਵੀ ਡੋਮੈਸਟਿਕ ਵਾਇਲੈਂਸ ਦੇਖਣ ਨੂੰ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਇਹ ਵੀ ਇੱਕ ਕਾਜ਼ ਕੰਸੀਡਰ ਕੀਤਾ ਜਾਂਦਾ ਕਿ ਇਕਨੋਮਿਕਲੀ ਜਿਹੜੀ ਵੂਮਨ ਹੈਗੀ ਆ ਉਹ ਇੰਡੀਪੈਂਡੈਂਟ ਹੋ ਗਈ ਹੈ। ਇਕਨੋਮਿਕਲ ਇੰਡੀਪੈਂਡੈਂਟ ਹੋਣ ਦੇ ਨਾਲ ਜਿਹੜਾ ਸਾਡੇ ਪੈਟਰਾਰਕੀਅਲ ਸਿਸਟਮ ਸੀਗਾ, ਮੇਲ ਡੋਮੀਨੈਂਟ ਸੋਸਾਇਟੀ ਸੀ, ਉਹ ਜਿਹੜੀ ਉਹਦੇ ਇਮੋਸ਼ਨਸ ਨੂੰ ਜਿਹੜਾ ਹੈਗਾ ਇਹ ਚੀਜ਼ ਸਹੀ ਨਹੀਂ ਲੱਗੀ। ਤਾਂ ਇਸ ਦੇ ਨਾਲ ਕੀ ਹੋਇਆ ਕਿ ਜਿਹੜੇ ਜਦੋਂ ਇਸ ਤਰ੍ਹਾਂ ਦੇ ਕੁਛ ਜਿਹੜੀਆਂ ਇੰਡੀਪੈਂਡੈਂਟ ਹੁੰਦੀਆਂ ਨੇਗੇ ਵੂਮੈਨ ਤਾਂ ਉਹ ਫੈਮਿਲੀ ਸਮਟਾਈਮ ਇਹੋ ਜਿਹੇ ਟ੍ਰੈਡੀਸ਼ਨਲ ਫੈਮਿਲੀਜ਼ ਦੇ ਵਿੱਚ ਚਲੀਆਂ ਜਾਂਦੀਆਂ ਨੇਗੀਆਂ। ਤਾਂ ਉੱਥੇ ਇਸ ਚੀਜ਼ ਨੂੰ ਚੰਗਾ ਨਹੀਂ ਸਮਝਣ ਦੀ ਥਾਂ ਤੇ ਉਸਨੂੰ ਇਹ ਸਮਝਿਆ ਜਾਂਦਾ ਕਿ ਇਹ ਮਤਲਬ ਉਹਨੂੰ ਹੋਰ ਤਰੀਕੇ ਨਾਲ ਦੇਖਿਆ ਜਾਂਦਾ। ਤਾਂ ਹਰ ਟਾਈਮ ਤੇ ਇਸ ਤਰੀਕੇ ਨਾਲ ਉਹਨੂੰ ਟੌਰਚਰ ਕਰਨਾ ਜਾਂ ਉਸ 'ਤੇ ਇਸ ਤਰ੍ਹਾਂ ਦੀ ਕੋਈ ਨਾ ਕੋਈ ਵਰਡਿੰਗ ਵਰਤਣੀ, ਉਹਨੂੰ ਕਮੈਂਟ ਕਰਨੇ, ਤਾਂ ਇਸ ਚੀਜ਼ ਦੇ ਨਾਲ ਵੀ ਜਿਹੜੀ ਹੈਗੀ ਹੌਲੀ ਹੌਲੀ ਫੈਮਿਲੀ ਦੇ ਵਿੱਚ ਰਿਲੇਸ਼ਨ ਜਿਹੜੇ ਹੈਗੇ ਨੇ ਉਹ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਨੇ, ਡਿਸਟ੍ਰੀਬਿਊਟ ਵਧਣਾ ਸ਼ੁਰੂ ਹੋ ਜਾਂਦਾ। ਤਾਂ ਇਹ ਵੀ ਇੱਕ ਜੇਕਰ ਇਹਦਾ ਪੋਜ਼ੀਟਿਵ ਦੇਖੀਏ ਤਾਂ ਇਹ ਇਕਨੋਮਿਕਲੀ ਇੰਡੀਪੈਂਡੈਂਸ ਹੋਣ ਦੇ ਨਾਲ ਬਹੁਤ ਸਾਰੀਆਂ ਫੈਮਲੀਜ਼ ਬੜੇ ਵਧੀਆ ਤਰੀਕੇ ਨਾਲ ਰਹਿ ਰਹੀਆਂ ਨੇ ਤੇ ਉਸ ਚੀਜ਼ ਨੂੰ ਐਪਰੀਸ਼ੀਏਟ ਵੀ ਕਰਦੀਆਂ ਨੇ ਕਿ ਉਹਨਾਂ ਦੀ ਜਿਹੜੀ ਡਾਟਰ ਇਨ ਲਾ ਹੈਗੀ ਆ ਉਹ ਉਹਦੇ ਕੋਲ ਇਨਕਮ ਆਪਣੀ ਹੈਗੀ ਹੈ। ਤਾਂ ਕਿਤੇ ਨਾ ਕਿਤੇ ਉਹਦਾ ਉਹ ਆਪਣਾ ਇੱਕ ਸੋਸ਼ਲ ਸਟੇਟਸ ਵੀ ਸਮਝਦੇ ਨੇ ਕਿ ਉਹ ਐਜੂਕੇਟਡ ਹੈਗੀ ਹੈ, ਕਿਤੇ ਇੰਪਲੋਏ ਹੈਗੀ ਆ ਤੇ ਉਹਦੇ ਕੋਲ ਆਪਣੀ ਇਨਕਮ ਹੈਗੀ ਹੈ। ਇਸ ਨੂੰ ਆਪਣਾ ਸੋਸ਼ਲ ਸਟੇਟਸ ਵੀ ਸਮਝਦੇ ਆ। ਪਰ ਕੁਛ ਫੈਮਲੀਜ਼ ਜਿਹੜੀਆਂ ਹੈਗੀਆਂ ਨੇਗੀਆਂ ਟ੍ਰੈਡੀਸ਼ਨਲ ਥਿੰਕਿੰਗ ਦੇ ਹੁੰਦੇ ਆ, ਆਈਡੀਓਲੋਜੀ ਦੇ ਹੁੰਦੇ ਆ, ਇੱਕ ਆਪਣੀ ਈਗੋ ਹੁੰਦੀ ਹੈ, ਉਸ ਤਰ੍ਹਾਂ ਦੀ ਫੈਮਲੀਜ਼ ਦੇ ਵਿੱਚ ਜਿਹੜੀ ਵੂਮਨ ਦੀ ਇੰਡੀਪੈਂਡੈਂਸ ਹੈਗੀ ਹੈ, ਇਕਨੋਮਿਕਲ ਇੰਡੀਪੈਂਡੈਂਸ, ਉਸਨੂੰ ਪਸੰਦ ਨਹੀਂ ਕੀਤਾ ਜਾਂਦਾ। ਇਹ ਵੀ ਇੱਕ ਕਾਜ਼ ਰਿਸਪੋਂਸੀਬਲ ਬਣ ਜਾਂਦਾ ਕੁਛ ਫੈਮਲੀਜ਼ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਲਈ। ਕਿਉਂਕਿ ਹੌਲੀ ਹੌਲੀ ਸ਼ੁਰੂ ਦੇ ਵਿੱਚ ਆਰਗੂਮੈਂਟ ਹੁੰਦਾ, ਹੌਲੀ ਹੌਲੀ ਇਹ ਅੱਗੇ ਜਿਹੜੇ ਹੈਗੇ ਆ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਤੱਕ ਪਹੁੰਚ ਜਾਂਦੇ ਹੈ। ਇਸ ਤੋਂ ਇਲਾਵਾ ਡੋਰੀ ਸਿਸਟਮ ਵੀ ਜਿਹੜਾ ਹੈਗਾ ਸੋਸਾਇਟੀ ਦੇ ਵਿੱਚ ਡੋਮੈਸਟਿਕ ਵਾਇਲੈਂਸ ਲੈ ਕੇ ਆਉਣ ਲਈ ਰਿਸਪੋਂਸੀਬਲ ਹੈ। ਕੁਛ ਇਹੋ ਜਿਹੀਆਂ ਫੈਮਲੀਜ਼ ਹੈਗੀਆਂ ਨੇ ਜਿਹੜੀਆਂ ਕਿ ਆਫਟਰ ਮੈਰਿਜ ਜਿਹੜੀ ਗਰਲ ਹੈਗੀ ਆ ਉਸਦੀ ਫੈਮਲੀ ਤੋਂ ਡਿਮਾਂਡ ਕਰਦੇ ਨੇ, ਪੈਸੇ ਦੀ ਡਿਮਾਂਡ ਕਰਦੇ ਨੇ, ਡੋਰੀ ਦੀ ਡਿਮਾਂਡ ਕਰਦੇ ਨੇ। ਤਾਂ ਇਸ ਤਰ੍ਹਾਂ ਜਦੋਂ ਉਸਨੂੰ ਉਹ ਕੁਛ ਫੈਮਲੀਜ਼ ਇਹੋ ਜਿਹੀਆਂ ਹੁੰਦੀਆਂ ਨੇ ਨਹੀਂ ਉਹ ਦੇ ਸਕਦੇ ਹੁੰਦੇ ਇੰਨਾ ਪੈਸਾ ਜਾਂ ਕੁਛ ਵੀ ਇਸ ਤਰ੍ਹਾਂ ਦੇ ਰੀਜ਼ਨ ਹੋ ਸਕਦੇ ਨੇ। ਬਾਕੀ ਕੁਛ ਇਹੋ ਜਿਹੇ ਲੋਕ ਵੀ ਹੋਣਗੇ ਜਿਹੜੇ ਕਿ ਕਹਿਣਗੇ ਕਿ ਅਸੀਂ ਆਲਰੇਡੀ ਬਹੁਤ ਕੁਛ ਦੇ ਚੁੱਕੇ ਹਾਂ ਤੇ ਹੁਣ ਕਿੰਨਾ ਕੁ ਦਿੰਦੇ ਰਹਿਣ। ਤਾਂ ਜੋ ਲੀਗਲ ਹੈ ਨਾ ਉਹ ਇਹ ਹੈ ਕਿ ਆਪਣੀ ਮਰਜ਼ੀ ਨਾਲ ਗਿਫਟ ਕਰ ਸਕਦੇ ਆ ਕੋਈ ਵੀ ਫੈਮਿਲੀ ਆਪਣੀ ਡਾਟਰ ਨੂੰ, ਪੇਰੈਂਟਸ ਆਪਣੀ ਡਾਟਰ ਨੂੰ, ਪਰ ਇਹ ਥੋੜ੍ਹੀ ਹੈ ਕਿ ਉਹ ਅੱਗੇ ਅੱਗੇ ਡਿਮਾਂਡ ਕਰਦੇ ਰਹਿਣ। ਤਾਂ ਇਸ ਤਰ੍ਹਾਂ ਦੀ ਜਦੋਂ ਡੋਰੀ ਦੀ ਡਿਮਾਂਡਸ ਵਧਣ ਲੱਗ ਜਾਂਦੇ ਨੇ ਫੈਮਲੀਜ਼ ਦੇ ਵਿੱਚ ਤਾਂ ਉਸ ਦੇ ਨਾਲ ਵੀ ਡਿਸਟ੍ਰੀਬਿਊਟ ਵੱਧ ਜਾਂਦੇ ਨੇ। ਤਾਂ ਫਿਰ ਇਹ ਹੁੰਦਾ ਕਿ ਜਿਹੜੀ ਉਹ ਕੁੜੀ ਹੁੰਦੀ ਹੈ, ਮੈਰਿਡ ਗਰਲ ਹੁੰਦੀ ਹੈ ਕਿਸੇ ਆਪਣੀ ਫੈਮਿਲੀ ਦੇ ਵਿੱਚ, ਇਨ-ਲੋ ਫੈਮਿਲੀ ਜਿਹੜੀ ਹੈਗੀ ਉਸਨੂੰ ਟੌਰਚਰ ਕਰਦੀ ਹੈ, ਉਸ 'ਤੇ ਉਹ ਜਿਹੜੀ ਹੈਗੀ ਡੋਮੈਸਟਿਕ ਵਾਇਲੈਂਸ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜਾ ਜੈਂਡਰ ਡਿਸਕ੍ਰਿਮੀਨੇਸ਼ਨ ਦਾ ਕੰਸੈਪਟ ਹੈ ਉਹ ਵੀ ਰਿਸਪੋਂਸੀਬਲ ਹੈਗਾ ਕਿ ਜਿਹੜੀਆਂ ਸੁਸਾਇਟੀਜ਼ ਹੈਗੀਆਂ ਨੇਗੀਆਂ, ਸਾਡੀ ਇੰਡੀਅਨ ਸੋਸਾਇਟੀ ਹੈ, ਮੇਲ ਡੋਮੀਨੈਂਟ ਸੋਸਾਇਟੀ ਹੈ, ਹਮੇਸ਼ਾ ਉਹਨਾਂ ਦੀ ਡਿਮਾਂਡ ਹੁੰਦੀ ਹੈ ਕਿ ਬੇਬੀ ਜਿਹੜਾ ਹੈਗਾ ਉਹ ਬੇਬੀ ਬॉय ਹੀ ਹੋਣਾ ਚਾਹੀਦਾ। ਸਮਟਾਈਮ ਬੇਬੀ ਗਰਲਸ ਦਾ ਬਰਥ ਹੁੰਦਾ ਤਾਂ ਉਸਨੂੰ ਜਿਹੜਾ ਹੈਗਾ ਪਸੰਦ ਨਹੀਂ ਕੀਤਾ ਜਾਂਦਾ ਫੈਮਲੀਜ਼ ਦੇ ਵੱਲੋਂ। ਤਾਂ ਉਸ ਦਾ ਜਿਹੜਾ ਹੈਗਾ ਸਾਰਾ ਉਸ ਦੇ ਲਈ ਰਿਸਪੋਂਸੀਬਲ ਸਮਝਿਆ ਜਾਂਦਾ ਕਿ ਉਹ ਜਿਹੜੀ ਫੀਮੇਲ ਹੈਗੀ ਹੈ, ਵੂਮੈਨ ਹੈਗੀ ਆ, ਉਹ ਹੀ ਰਿਸਪੋਂਸੀਬਲ ਹੈ ਤੇ ਉਸ ਦੀ ਫਿਰ ਉਹਦਾ ਫਿਜ਼ੀਕਲੀ ਮੈਂਟਲੀ ਜਿਹੜਾ ਹੈਗਾ ਟੌਰਚਰ ਉਸਨੂੰ ਕੀਤਾ ਜਾਂਦਾ ਹੈ। ਇਹ ਕੁਛ ਜਿਹੜੇ ਕਾਜ਼ ਰਿਸਪੋਂਸੀਬਲ ਰਹੇ ਨੇ। ਪੋਵਰਟੀ ਇਸ ਦੇ ਲਈ ਰਿਸਪੋਂਸੀਬਲ ਹੈਗੀ ਹੈ ਕਿ
ਕਈ ਸਮਟਾਈਮ ਡੋਰੀ ਦੀ ਡਿਮਾਂਡ ਕੀਤੀ ਜਾਂਦੀ ਆ, ਜਾਂ ਫੈਮਿਲੀ ਦੀ ਆਪਣੀਆਂ ਬੇਸਿਕ ਨੀਡਸ ਪੂਰੀਆਂ ਨਹੀਂ ਹੋ ਰਹੀਆਂ, ਇੱਥੇ ਉਹ ਆਪਣਾ ਜਿਹੜਾ ਹੈਗਾ ਫਰਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਉਸ ਫੀਮੇਲ ਤੇ ਹੀ ਨਿਕਲਦੀ ਆ। ਤਾਂ ਇਹ ਵੀ ਜਿਹੜਾ ਹੈਗਾ ਡੋਮੈਸਟਿਕ ਵਾਇਲੈਂਸ ਦੇ ਲਈ ਜਿਹੜਾ ਹੈਗਾ ਕਾਜ਼ ਰਿਸਪੋਂਸੀਬਲ ਬਣਦਾ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਮਾਡਰਨਾਈਜੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਮਾਡਰਨਿਟੀ ਆਉਣ ਦੇ ਨਾਲ ਕੀ ਹੋਇਆ ਕਿ ਸਾਡੀਆਂ ਡਿਮਾਂਡ ਜ਼ਿਆਦਾ ਵੱਧ ਗਈਆਂ ਨੇ, ਇਨਕਮ ਦੇ ਸੋਰਸ ਨਹੀਂ ਹੈਗੇ। ਤਾਂ ਇਸ ਦੇ ਨਾਲ ਵੀ ਜਿਹੜਾ ਹੈਗਾ ਫੈਮਿਲੀ ਡਿਸਟ੍ਰੀਬਿਊਟ ਵਧਣੇ ਸ਼ੁਰੂ ਹੋ ਗਏ। ਜਿਹੜੀ ਡੋਮੈਸਟਿਕ ਵਾਇਲੈਂਸ ਹੈਗੀ ਆ ਉਹ ਆਮ ਦੇਖਣ ਨੂੰ ਮਿਲਣੀ ਜਿਹੜੀ ਹੈਗੀ ਆ ਮਿਲ ਜਾਂਦੀ ਹੈਗੀ ਸੁਸਾਇਟੀਜ਼ ਦੇ ਵਿੱਚ। ਅਨਇੰਪਲੋਇਮੈਂਟ ਵੀ ਇਸ ਦੇ ਲਈ ਇੱਕ ਰਿਸਪੋਂਸੀਬਲ ਕਾਜ਼ ਹੈਗਾ। ਸਮਟਾਈਮ ਕੁਛ ਜਿਹੜੇ ਫੈਮਲੀਜ਼ ਹੁੰਦੀਆਂ ਨੇਗੀਆਂ ਤਾਂ ਉਹ ਜਿਹੜੀ ਗਰਲ ਹੈਗੀ ਆ ਮੈਰਿਜ ਹੋਣ ਤੋਂ ਬਾਅਦ ਕਿਸੇ ਫੈਮਿਲੀ ਦੇ ਵਿੱਚ ਗਈ ਹੈ, ਤਾਂ ਉਹ ਫੈਮਿਲੀ ਜਿਹੜੀ ਹੈਗੀ ਆ ਡਿਮਾਂਡ ਕਰਦੀ ਹੈ ਕਿ ਉਸਦੇ ਜਿਹੜੀ ਜਿਹੜੀ ਗਰਲ ਹੈਗੀ ਆ ਮੈਰਿਡ, ਉਸਦੇ ਪੇਰੈਂਟਸ ਜਿਹੜੇ ਹੈਗੇ ਨੇ ਉਸਦੇ ਹਸਬੈਂਡ ਦੇ ਲਈ ਬਿਜ਼ਨਸ ਸ਼ੁਰੂ ਕਰਕੇ ਦੇਣ ਜਾਂ ਉਸਨੂੰ ਇਕਨੋਮਿਕਲੀ ਸਪੋਰਟ ਕਰਨ। ਤਾਂ ਇਹ ਵੀ ਡੋਮੈਸਟਿਕ ਵਾਇਲੈਂਸ ਦੇ ਲਈ ਰਿਸਪੋਂਸੀਬਲ ਹੋ ਜਾਂਦਾ ਸਭ। ਹਾਂਜੀ, ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਫਿਰ ਇਸ ਨੂੰ ਜਿਹੜਾ ਹੈਗਾ ਇਸ ਦੇ ਰਿਜ਼ਲਟ ਕੀ ਹੁੰਦੇ ਨੇ, ਕੌਨਸੀਕੁਐਂਸਿਸ ਕੀ ਨੇ ਡੋਮੈਸਟਿਕ ਵਾਇਲੈਂਸ ਦੇ। ਸੋਸਾਇਟੀ ਤੇ ਬਹੁਤ ਨੈਗੇਟਿਵ ਕੌਨਸੀਕੁਐਂਸਿਸ ਹੈਗੇ ਨੇ ਇਹਦੇ, ਨੈਗੇਟਿਵ ਇੰਪੈਕਟ ਹੈਗਾ ਸੋਸਾਇਟੀ ਤੇ। ਅਸੀਂ ਦੇਖਦੇ ਹਾਂ ਕਿ ਜਦੋਂ ਡੋਮੈਸਟਿਕ ਵਾਇਲੈਂਸ ਕਿਸੇ ਫੈਮਿਲੀ ਦੇ ਵਿੱਚ ਹੁੰਦੀ ਹੈ ਤਾਂ ਉਸਦਾ ਇੰਪੈਕਟ ਜਿਹੜਾ ਹੈਗਾ ਉਸ ਵੂਮਨ ਤੇ ਪੈਂਦਾ ਜਿਸ ਨੇ ਨਾਲ ਇਸ ਤਰ੍ਹਾਂ ਦੇ ਬਿਹੇਵ ਕੀਤਾ ਜਾਂਦਾ ਹੈ, ਜਿਸ ਤੇ ਡੋਮੈਸਟਿਕ ਵਾਇਲੈਂਸ ਹੋ ਰਹੀ ਹੁੰਦੀ ਹੈ। ਵਾਇਲੈਂਟ ਤਰੀਕੇ ਨਾਲ ਉਸ ਨਾਲ ਸਾਰੀ ਫੈਮਿਲੀ ਜਿਹੜੀ ਹੈਗੀ ਆ ਬਿਹੇਵ ਕਰਦੀ ਹੈ, ਤਾਂ ਉਸਨੂੰ ਜਿਹੜੇ ਹੈਗੇ ਆ ਮੈਂਟਲੀ ਫਿਜ਼ੀਕਲੀ ਬਹੁਤ ਸਾਰੇ ਡਿਸੀਜ਼ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਫਿਜ਼ੀਕਲੀ ਫਿਟ ਨਹੀਂ ਰਹਿ ਸਕਦੀ, ਡਿਪਰੈਸ਼ਨ ਹੋ ਜਾਂਦਾ ਹੈ, ਬਹੁਤ ਸਾਰੇ ਇਸ ਤਰ੍ਹਾਂ ਦੀਆਂ ਡਿਸੀਜ਼ ਦੇ ਨਾਲ ਉਹ ਫਿਜ਼ੀਕਲੀ ਜਿਹੜੀ ਹੈਗੀ ਆ ਫਿਟ ਨਾ ਹੋਣ ਕਾਰਨ ਉਹ ਉਸਦੀ ਜਿਹੜੀ ਹੈਗੀ ਆ ਹੈਲਥ ਸਹੀ ਨਾ ਹੋਣ ਦੇ ਕਾਰਨ ਆਪਣਾ ਜੋ ਵੀ ਰਿਸਪੋਂਸੀਬਿਲਿਟੀਜ਼ ਹੈਗੇ ਨੇ ਪ੍ਰੋਪਰਲੀ ਉਹ ਨਹੀਂ ਕਰ ਸਕਦੀ। ਤਾਂ ਇਸ ਦੇ ਨਾਲ ਹੋਰ ਜ਼ਿਆਦਾ ਉਸਨੂੰ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਫੇਸ ਕਰਨੀਆਂ ਪੈਂਦੀਆਂ ਨੇਗੀਆਂ। ਇਸ ਤੋਂ ਇਲਾਵਾ ਬੱਚਿਆਂ ਤੇ ਵੀ ਜਿਹੜਾ ਹੈਗਾ ਇਸ ਦਾ ਨੈਗੇਟਿਵ ਇੰਪੈਕਟ ਪੈਂਦਾ। ਜਿਹੜੇ ਜਦੋਂ ਬੱਚੇ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਦੇ ਐਕਟੀਵਿਟੀਜ਼ ਹੁੰਦੀਆਂ ਦੇਖਦੀਆਂ ਨੇਗੀਆਂ ਕਿ ਉਸਦੀ ਮਦਰ ਨੂੰ ਹਰ ਟਾਈਮ ਇਸ ਤਰੀਕੇ ਨਾਲ ਟੌਰਚਰ ਕੀਤਾ ਜਾ ਰਿਹਾ, ਉਸਨੂੰ ਜਿਹੜਾ ਹੈਗਾ ਮੈਂਟਲੀ ਫਿਜ਼ੀਕਲੀ ਜਿਹੜੇ ਫੈਮਿਲੀ ਵੱਲੋਂ ਮਿਸਬਿਹੇਵ ਕੀਤਾ ਜਾ ਰਿਹਾ, ਤਾਂ ਇਹ ਸਾਰਾ ਦੇਖਦੇ ਹੋਏ ਜਿਹੜਾ ਹੈਗਾ ਫੈਮਿਲੀ ਦੇ ਵਿੱਚ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੀ ਸੋਸ਼ਲਾਈਜੇਸ਼ਨ ਜਿਹੜੀ ਹੈਗੀ ਪ੍ਰੋਪਰਲੀ ਨਹੀਂ ਹੁੰਦੀ। ਕਿਉਂਕਿ ਅਸੀਂ ਦੇਖਿਆ ਕਿ ਸੋਸ਼ਲਾਈਜੇਸ਼ਨ ਦੇ ਕੰਸੈਪਟ ਦੇ ਵਿੱਚ ਅਸੀਂ ਇਹੀ ਸਮਝਿਆ ਸੀ ਨਾ ਕਿ ਸੋਸ਼ਲਾਈਜੇਸ਼ਨ ਜਿਹੜੀ ਹੈਗੀ ਹੈ ਉਹ ਫੈਮਿਲੀ ਤੋਂ ਸ਼ੁਰੂ ਹੁੰਦੀ ਹੈ। ਜਦੋਂ ਫੈਮਿਲੀ ਦਾ ਐਟਮੋਸਫੇਅਰ ਗੁੱਡ ਨਹੀਂ ਹੋਏਗਾ, ਉੱਥੇ ਚੰਗਾ ਜਿਹੜੇ ਸਿਟੀਜ਼ਨ ਨਹੀਂ ਹੋਣਗੇ, ਜਿਹੜੇ ਆਪਣੀ ਰਿਸਪੋਂਸੀਬਿਲਿਟੀਜ਼ ਨਹੀਂ ਨਿਭਾ ਰਹੇ ਹੋਣਗੇ, ਤੇ ਸਿਰਫ ਇੱਕ ਪਰਸਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੋਏਗਾ, ਉਸਨੂੰ ਫਿਜ਼ੀਕਲੀ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਹੋਏਗਾ, ਤਾਂ ਇਸ ਤਰ੍ਹਾਂ ਦੀ ਫੈਮਿਲੀ ਦੇ ਵਿੱਚ ਜਿਹੜੇ ਬੱਚੇ ਹੋਣਗੇ ਛੋਟੇ, ਉਹਨਾਂ ਦੀ ਸੋਸ਼ਲਾਈਜੇਸ਼ਨ ਵੀ ਉਸ ਤਰ੍ਹਾਂ ਦੀ ਹੋਏਗੀ। ਬੜੇ ਆਮ ਜਿਹੜੇ ਬੱਚੇ ਹੁੰਦੇ ਆ ਉਹਨਾਂ ਨਾਲੋਂ ਉਹ ਥੋੜ੍ਹੇ ਅਲੱਗ ਤਰ੍ਹਾਂ ਦੇ ਦਿਖਦੇ ਆ, ਕਿਉਂਕਿ ਉਹਨਾਂ ਦੀ ਸੋਸ਼ਲਾਈਜੇਸ਼ਨ ਵੱਲ ਬਹੁਤਾ ਧਿਆਨ ਨਹੀਂ ਗਿਆ ਹੁੰਦਾ। ਤਾਂ ਇਸ ਦੇ ਨਾਲ ਵੀ ਜਿਹੜਾ ਹੈਗਾ ਇਹ ਨੈਗੇਟਿਵ ਇੰਪੈਕਟ ਪੈਂਦਾ ਬੱਚਿਆਂ ਦੀ ਲਾਈਫ ਤੇ। ਬਹੁਤ ਸਾਰੀ ਫੈਮਲੀਜ਼ ਖਤਮ ਹੋ ਜਾਂਦੀਆਂ ਨੇ, ਟੁੱਟ ਜਾਂਦੀਆਂ ਨੇ ਜਦੋਂ ਫੈਮਿਲੀ ਡਿਸਟ੍ਰੀਬਿਊਟ ਪਹੁੰਚ ਜਾਂਦੇ ਨੇ। ਤਾਂ ਇੱਥੇ ਜਿਹੜਾ ਹੈਗਾ ਕੁਛ ਦਾ ਸੋਲਵ ਹੋ ਜਾਂਦਾ ਹੈ, ਮਿਊਚੁਅਲ ਅੰਡਰਸਟੈਂਡਿੰਗ ਹੋ ਜਾਂਦੀ ਹੈ, ਬਟ ਬਹੁਤ ਸਾਰੀਆਂ ਫੈਮਲੀਜ਼ ਜਿਹੜੀਆਂ ਹੈਗੇ ਨੇ ਟੁੱਟ ਜਾਂਦੀਆਂ ਨੇ। ਸੁਸਾਇਟੀ ਤੇ ਵੀ ਇਸ ਦਾ ਨੈਗੇਟਿਵ ਇੰਪੈਕਟ ਪੈਂਦਾ ਹੈ। ਜਦੋਂ ਅਸੀਂ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਹੁੰਦੀ ਦੇਖਦੇ ਹਾਂ ਤਾਂ ਉਹ ਸੁਸਾਇਟੀਜ਼ ਨੂੰ ਜਿਹੜਾ ਹੈਗਾ ਪੈਥੋਲੋਜੀਕਲ ਸੁਸਾਇਟੀ ਕਿਹਾ ਜਾਂਦਾ ਹੈ। ਮਤਲਬ ਪੈਥੋਲੋਜੀਕਲ ਸੁਸਾਇਟੀਜ਼ ਦਾ ਮਤਲਬ ਇਹ ਹੁੰਦਾ ਕਿ ਉੱਥੇ ਜਿਹੜੇ ਲੋਕ ਹੈਗੇ ਨੇ ਉਹ ਨੋਰਮਲ ਨਹੀਂ, ਅਬਨੋਰਮਲ ਨਹੀਂ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਦੀ ਜਿਹੜੀ ਡੋਮੈਸਟਿਕ ਵਾਇਲੈਂਸ ਹੈਗੀ ਇਸ ਦੇ ਨਾਲ ਮੇਲ ਤੇ ਫੀਮੇਲ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਰੇਸ਼ੋ ਹੈਗੀ ਹੈ ਉਹ ਵੀ ਬੈਲੈਂਸ ਨਹੀਂ ਰਹਿੰਦੀ, ਕਿਉਂਕਿ ਇਸ ਤਰ੍ਹਾਂ ਦੀਆਂ ਜਦੋਂ ਐਕਟੀਵਿਟੀਜ਼ ਸੁਸਾਇਟੀ ਦੇ ਵਿੱਚ ਹੁੰਦੀਆਂ ਨੇ ਤਾਂ ਜਿਹੜੀ ਪੋਪੂਲੇਸ਼ਨ ਹੈਗੀ ਉਹਦੇ ਵਿੱਚ ਮੇਲ ਦੀ ਗਿਣਤੀ ਜ਼ਿਆਦਾ ਤੇ ਫੀਮੇਲ ਮੈਂਬਰ ਦੀ ਗਿਣਤੀ ਘੱਟ ਜਾਂਦੀ ਹੈ, ਤੇ ਜਿਹੜੇ ਰੇਸ਼ੋ ਹੈਗੀ ਉਹਨਾਂ ਦੀ ਉਹ ਬੈਲੈਂਸ ਨਹੀਂ ਰਹਿੰਦੀ। ਫਿਰ ਅਸੀਂ ਇਸਨੂੰ ਸੋਲਵ ਕਰਨ ਦੇ ਲਈ ਕੀ ਕਰ ਸਕਦੇ ਹਾਂ? ਇਸ ਦੇ ਲਈ ਡੋਰੀ ਸਿਸਟਮ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਇੱਕ ਸੋਸ਼ਲ ਪ੍ਰੋਬਲਮ ਹੈਗੀ ਹੈ ਜਿਹੜੀ ਕਿ ਅੱਗੇ ਬਹੁਤ ਸਾਰੀਆਂ ਸੋਸ਼ਲ ਪ੍ਰੋਬਲਮਸ ਨੂੰ ਪੈਦਾ ਕਰਦੀ ਹੈ। ਜੇਕਰ ਡੋਰੀ ਸਿਸਟਮ ਖਤਮ ਹੋ ਜਾਂਦਾ ਤਾਂ ਬਹੁਤ ਸਾਰੀਆਂ ਸੋਸ਼ਲ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਆਪਣੇ ਆਪ ਖਤਮ ਹੋ ਜਾਂਦੀਆਂ ਨੇ। ਜਿਹੜੇ ਅਸੀਂ ਦੇਖਦੇ ਹਾਂ ਕਿ ਕੌਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਫੀਮੇਲ ਹੈਗੀਆਂ ਨੇ ਉਹਨਾਂ ਨੂੰ ਮੇਲ ਦੇ ਬਰਾਬਰ ਜਿਹੜਾ ਹੈਗਾ ਰਾਈਟ ਮਿਲ ਚੁੱਕਿਆ, ਪਰ ਇਹ ਸਿਰਫ ਪੇਪਰ ਵਰਕ ਹੈ।
ਜਾਂ ਫਿਰ ਕੁਛ ਸੁਸਾਇਟੀਜ਼ ਨੇ, ਫੈਮਲੀਜ਼ ਨੇ ਜਿਹਦੇ ਵਿੱਚ ਇਹ ਸਾਰਾ ਇੰਪਲੀਮੈਂਟ ਹੋਇਆ। ਆਮ ਜਦੋਂ ਅਸੀਂ ਜਰਨਲੀ ਦੇਖਦੇ ਹਾਂ ਤਾਂ ਇਹ ਹਰ ਥਾਂ ਤੇ ਇੰਪਲੀਮੈਂਟ ਨਹੀਂ ਹੋਇਆ। ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਫੀਮੇਲ ਹੈਗੀਆਂ ਨੇ ਉਹਨਾਂ ਨੂੰ ਜਿਹੜਾ ਇਕੁਅਲ ਰਾਈਟ ਮਿਲਿਆ ਹੋਇਆ ਉਸਨੂੰ ਇੰਪਲੀਮੈਂਟ ਹੋਣਾ ਚਾਹੀਦਾ ਹੈ। ਬਾਕੀ ਜੇਕਰ ਕੋਈ ਕਿਸੇ ਵੀ ਵੂਮਨ ਦੇ ਅਗੇਂਸਟ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਤਾਂ ਉਹ ਇਸ ਦੀ ਕੰਪਲੇਂਟ ਨਹੀਂ ਕਰ ਸਕਦੀ, ਕਿਉਂਕਿ ਉਸਦੇ ਨਾਲ ਕੀ ਹੁੰਦਾ ਕਿ ਉਸ ਨੂੰ ਹੀ ਹੋਰ ਜ਼ਿਆਦਾ ਹਰਾਸ਼ ਹੋਣਾ ਪੈਂਦਾ ਹੈ। ਉਸਦੀ ਫੈਮਿਲੀ ਉਸਨੂੰ ਹੋਰ ਜ਼ਿਆਦਾ ਟੌਰਚਰ ਕਰਨ ਲੱਗ ਜਾਂਦੀ ਹੈ, ਜਾਂ ਫਿਰ ਉਹਦੀ ਫੈਮਿਲੀ ਖਤਮ ਹੋ ਜਾਂਦੀ ਹੈ, ਉਹਦੀ ਮੈਰਿਜ ਹੀ ਟੁੱਟ ਜਾਂਦੀ ਹੈ, ਉਸਨੂੰ ਉਸ ਫੈਮਿਲੀ ਦੇ ਵਿੱਚ ਜਾਣਾ ਪੈਂਦਾ ਹੈ, ਫਿਰ ਉਹ ਵਾਪਸ ਆਪਣੇ ਪੇਰੈਂਟਸ ਕੋਲ ਜਾਂਦੀ ਹੈ ਤਾਂ ਫਿਰ ਦੁਬਾਰਾ ਉਹਨੂੰ ਨਵੀਂ ਜਿਹੜੀ ਹੈਗੀ ਆ ਮੈਰਿਜ ਬਾਰੇ ਸੋਚਣਾ ਪੈਂਦਾ। ਇਸ ਦੇ ਨਾਲ ਜਿਹੜੇ ਹੈਗੇ ਆ ਫਿਰ ਜ਼ਿਆਦਾ ਪ੍ਰੋਬਲਮਸ ਫਿਰ ਉਸਨੂੰ ਜਿਹੜੀਆਂ ਹੈਗੀਆਂ ਨੇ ਫੇਸ ਕਰਨੀਆਂ ਪੈਂਦੀਆਂ ਨੇ। ਇਸ ਦਾ ਕੋਈ ਇਸ ਨੂੰ ਸੋਲਵ ਕਰਨ ਦੇ ਲਈ ਕੁਛ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਸ ਦੇ ਨਾਲ ਉਸ ਦੀ ਲਾਈਫ ਤੇ ਇਸ ਦਾ ਹੋਰ ਜ਼ਿਆਦਾ ਨੈਗੇਟਿਵ ਇੰਪੈਕਟ ਨਾ ਹੋਵੇ। ਇਸ ਦੇ ਨਾਲ ਇਹ ਵੀ ਕਿ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਕੰਪਲੇਨ ਕਰਦੀ ਹੈ ਤਾਂ ਉਹਦਾ ਪ੍ਰੋਸੈਸ ਜਿਹੜਾ ਹੈਗਾ ਜਲਦੀ ਖਤਮ ਹੋਣਾ ਚਾਹੀਦਾ ਹੈ। ਜਲਦੀ ਖਤਮ ਹੋਣ ਦੇ ਨਾਲ ਕੀ ਹੋਏਗਾ ਕਿ ਅਹ, ਜੇਕਰ ਹੁਣ ਸੋਲਵ ਹੁੰਦਾ ਹੈ ਜਾਂ ਜੋ ਵੀ ਹੁੰਦਾ ਉਸ ਦੇ ਨਾਲ ਉਸਦੀ ਅੱਗੇ ਵਾਲੀ ਲਾਈਫ ਜਿਹੜੀ ਹੈਗੀ ਆ ਉਹ ਡਿਸਟਰਬ ਨਹੀਂ ਹੋਏਗੀ। ਇਸ ਤੋਂ ਇਲਾਵਾ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਡੋਮੈਸਟਿਕ ਵਾਇਲੈਂਸ ਨੂੰ ਰੋਕਣ ਦੇ ਲਈ 2005 ਦੇ ਵਿੱਚ ਪ੍ਰੋਟੈਕਸ਼ਨ ਆਫ ਵੂਮੈਨ ਫਰੋਮ ਡੋਮੈਸਟਿਕ ਵਾਇਲੈਂਸ ਐਕਟ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇ ਵਿੱਚ ਇਹ 6 ਅਕਤੂਬਰ 2006 ਦੇ ਵਿੱਚ ਇਸ ਨੂੰ ਇੰਪਲੀਮੈਂਟ ਕੀਤਾ ਗਿਆ ਸੀਗਾ, ਤਾਂ ਕਿ ਜਿਹੜੇ ਵੂਮੈਨ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਉਸ ਨੂੰ ਰੋਕਿਆ ਜਾ ਸਕੇ, ਖਤਮ ਕੀਤਾ ਜਾ ਸਕੇ। ਤੇ ਇਸ ਦੇ ਲਈ ਜਿਹੜਾ ਹੈਗਾ ਪ੍ਰੋਟੈਕਸ਼ਨ ਆਫਿਸਰ ਜਿਹੜਾ ਹੈਗਾ ਹੁੰਦਾ ਜਿਸ ਦੇ ਕੋਲ ਅਸੀਂ ਜਿਸ ਨੂੰ ਵੀ ਲੋੜ ਹੁੰਦੀ ਹੈ ਉਹ ਕੰਪਲੇਨ ਕਰ ਸਕਦਾ ਹੈ। ਜੇਕਰ ਕਿਸੇ ਤੇ ਵੀ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਤਾਂ ਉਹ ਪ੍ਰੋਟੈਕਸ਼ਨ ਆਫਿਸਰ ਜਿਹੜਾ ਹੈਗਾ ਉਸ ਕੋਲ ਕੰਪਲੇਨ ਕਰੇਗਾ। ਉਸ ਤੋਂ ਬਾਅਦ ਦੇ ਵਿੱਚ ਉਹ ਫਿਰ ਅੱਗੇ ਜਿਹੜਾ ਡਿਸਟ੍ਰਿਕਟ ਹੋਏਗਾ ਉਸ ਡਿਸਟ੍ਰਿਕਟ ਦੇ ਮੈਜਿਸਟ੍ਰੇਟ ਕੋਲ ਉਸ ਦੀ ਕੰਪਲੇਨ ਨੂੰ ਫਾਰਵਰਡ ਕੀਤਾ ਜਾਂਦਾ ਹੈ। ਤੇ ਇਸ ਦੇ ਨਾਲ ਜਿਹੜਾ ਹੈਗਾ ਫਿਰ ਉਹ ਜਿਹੜਾ ਹੈਗਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਤਾਂ ਕਿ ਉਸਨੇ ਜੋ ਉਸਤੇ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਉਸਨੂੰ ਰੋਕਿਆ ਜਾ ਸਕੇ। ਹਾਂਜੀ, ਡੋਮੈਸਟਿਕ ਵਾਇਲੈਂਸ ਦਾ ਕੰਸੈਪਟ ਕਲੀਅਰ ਹੋਇਆ।